ਸਵੀਟ ਮਾਰਡਨ ਦੀ ਪੁਸਤਕ ਆਤਮ ਵਿਸ਼ਵਾਸ ਦਾ ਚਮਤਕਾਰ ਦਾ ਲੇਖ ਹੈ ਆਸ ਸ਼ਕਤੀ। ਤੁਸੀਂ ਇਹ ਜਾਣ ਲਿਆ ਹੋਵੇਗਾ ਕਿ ਮਹਿਸੂਸ ਵੀ ਕੀਤਾ ਹੋਵੇਗਾ ਕਿ ਕਿਸੇ ਚੀਜ਼ ਦੀ ਪ੍ਰਾਪਤੀ ਲਈ ਮਨ ਵਿਚਾਰਾਂ ਦਾ ਉਸ ਚੀਜ਼ ਦੇ ਅਨੁਕੂਲ ਹੋਣਾ ਅਤੀ ਜ਼ਰੂਰੀ ਹੈ। ਜੇ ਤੁਹਾਡੀ ਮਨ ਭਾਵਨਾ ਤੁਹਾਡੇ ਯਤਨਾਂ ਦੇ ਅਨੁਕੂਲ ਨਹੀਂ ਹੋਏਗੀ ਤਾਂ ਤੁਹਾਨੂੰ ਕਿਸੇ ਵੀ ਕੰਮ 'ਚ ਸਫਲਤਾ ਨਹੀਂ ਮਿਲੇਗੀ। ਇਸ ਦੁਨੀਆ 'ਚ ਅਜਿਹੇ ਕਈ ਵਿਅਕਤੀ ਹਨ ਜਿਹੜੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਯਤਨ ਮੁਤਾਬਕ ਨਹੀਂ ਬਣਾ ਸਕਦੇ, ਇਸੇ ਲਈ ਕਮਜ਼ੋਰ, ਅਸਫਲ ਤੇ ਸ਼ਕਤੀਹੀਨ ਬਣੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਜੀਵਨ ਕਦੇ ਵੀ ਠੀਕ ਰਾਹ ਤੇ ਨਹੀਂ ਚੱਲ ਸਕਦਾ। ਉਹ ਯਤਨ ਕਿਸੇ ਚੀਜ਼ ਲਈ ਕਰਦੇ ਹਨ, ਉਹਨਾਂ ਦੀ ਮਨ ਆਸ ਕਿਸੇ ਹੋਰ ਚੀਜ਼ ਦੀ ਹੁੰਦੀ ਹੈ। ਅਜਿਹੇ ਲੋਕਾਂ ਨੂੰ ਸਫਲਤਾ ਜਾਂ ਜਿੱਤ ਖੁਸ਼ੀ ਕਦੀ ਨਹੀਂ ਮਿਲਦੀ। ਇੱਕ ਪਾਸੇ ਤੁਸੀਂ ਧਨ ਦੀ ਇੱਛਾ ਕਰਦੇ ਹੋ, ਦੂਜੇ ਪਾਸੇ ਕਹਿੰਦੇ ਹੋ ਕਿ ਅਸੀਂ ਗਰੀਬ ਹਾਂ। ਅਜਿਹੀ ਹਾਲਤ ਵਿੱਚ ਤੁਸੀਂ ਪੂਰਨਤਾ ਤੋਂ ਦੂਰ ਹੀ ਰਹੋਗੇ। ਇਹਦਾ ਅਸਲ ਅਸਰ ਇਹ ਹੋਏਗਾ ਕਿ ਸੱਚਮੁੱਚ ਤੁਸੀਂ ਕੁਝ ਕਰ ਨਹੀਂ ਸਕੋਗੇ, ਕਿਉਂਕਿ ਅਜਿਹੇ ਵਿਚਾਰਾਂ ਨਾਲ ਤੁਹਾਡੀ ਧਨ ਕਮਾਉਣ ਦੀ ਸ਼ਕਤੀ ਘਟ ਜਾਏਗੀ। ਤੁਹਾਡੀ ਹਾਲਤ ਉਸ ਬੰਦੇ ਜਿਹੀ ਹੋਏਗੀ ਜਿਹੜਾ ਪੂਰਬ ਵੱਲ ਜਾਣਾ ਚਾਹੁੰਦਾ ਹੈ ਪਰ ਉਹਦੇ ਪੈਰ ਜਾ ਰਹੇ ਹਨ ਪੱਛਮ ਵੱਲ। ਜਿਹੜਾ ਵਿਅਕਤੀ ਆਪਣੀ ਸ਼ਮਤਾ ਤੇ ਸ਼ੱਕ ਕਰਦਾ ਹੈ ਉਹ ਨਾ ਤਾਂ ਕਿਸੇ ਦਾ ਭਲਾ ਕਰਦਾ ਹੈ ਤੇ ਨਾ ਹੀ ਉਹਨੂੰ ਸਵੈ ਲਾਭ ਪਹੁੰਚਦਾ ਹੈ। ਜੇ ਤੁਸੀਂ ਗਰੀਬ ਵਿਚਾਰਾਂ ਨੂੰ ਆਪਣੇ ਮਨ 'ਚ ਜਗ੍ਹਾ ਦਿਓਗੇ ਤਾਂ ਤੁਸੀਂ ਕਦੇ ਅਮੀਰ ਨਹੀਂ ਬਣ ਸਕੋਗੇ। ਜੇ ਤੁਹਾਡੇ ਮਨ 'ਚ ਚੰਗੇ ਵਿਚਾਰ ਹੋਣਗੇ ਤਾਂ ਤੁਸੀਂ ਗਰੀਬ ਵਿਚਾਰਾਂ ਵੱਲ ਪਿੱਠ ਕਰ ਲਓਗੇ ਤੇ ਤੁਹਾਡੀ ਸਵੈ ਉੱਨਤੀ ਹੋਏਗੀ। ਤੁਸੀਂ ਸੌਖੀ ਅਮੀਰੀ ਦੀ ਇਮਾਰਤ ਵਿੱਚ ਦਾਖਲ ਹੋ ਸਕੋਗੇ। ਜੇ ਤੁਸੀਂ ਆਪਣੀ ਸਾਰੀ ਸ਼ਕਤੀ ਅਮੀਰ ਬਣਨ ਵੱਲ ਲਾ ਰੱਖੀ ਹੈ ਤਾਂ ਗਲਤੀ ਨਾਲ ਵੀ ਗਰੀਬੀ ਤੇ ਅਸਫਲਤਾ ਦੇ ਡਰ ਨੂੰ ਮਨ 'ਚ ਜਗ੍ਹਾ ਨਾ ਦੇਣਾ। ਇਸ ਡਰ ਨੂੰ ਹਮੇਸ਼ਾ ਦੂਰ ਹੀ ਰੱਖਣਾ। ਇਹ ਗੱਲ ਚੰਗੀ ਤਰ੍ਹਾਂ ਸਮਝਣ ਦੀ ਹੈ। ਜੇ ਤੁਸੀਂ ਵਿਪਰੀਤ ਭਾਵਨਾ ਨਾਲ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਮਨ 'ਚ ਡਰ ਤੇ ਭਰਮ ਬਣਿਆ ਰਹੇਗਾ। ਇਹਦਾ ਨਤੀਜਾ ਹੋਏਗਾ ਕਿ ਤੁਹਾਡੇ ਮਨ ਵਿੱਚ ਆਤਮ ਭਰੋਸਾ ਨਹੀਂ ਟਿਕ ਸਕੇਗਾ। ਅਜਿਹੀ ਹਾਲਤ ਵਿੱਚ ਲੱਖ ਯਤਨ ਕਰਨ ਤੇ ਵੀ ਤੁਸੀਂ ਸਫਲ ਨਹੀਂ ਹੋ ਸਕੋਗੇ। ਅੰਗਰੇਜ਼ੀ ਦੇ ਇੱਕ ਅਖਾਣ ਅਨੁਸਾਰ ਭੇਡ ਜਦ ਵੀ ਮੈਂ ਕਰਦੀ ਹੈ ਤਾਂ ਉਹਦੇ ਮੂੰਹ 'ਚ ਰੱਖਿਆ ਘਾਹ ਦੇ ਤਿਣਕਿਆਂ ਦੀ ਗਰਾਈ ਤੇਲ ਟਹਿ ਪੈਂਦੀ ਹੈ। ਤੁਸੀਂ ਜਦ ਆਪਣੀ ਕਿਸਮਤ ਨੂੰ ਦੋਸ਼ੀ ਮੰਨਦੇ ਹੋ ਤੇ ਕਹਿੰਦੇ ਹੋ ਕਿ ਮੈਂ ਇਹ ਕੰਮ ਨਹੀਂ ਕਰ ਸਕਿਆ, ਮੈਨੂੰ ਮੌਕਾ ਨਹੀਂ ਮਿਲਿਆ, ਦੂਜਿਆਂ ਜਿਹੀ ਬੁੱਧੀ ਮੇਰੇ ਵਿੱਚ ਨਹੀਂ, ਕਿਸਮਤ ਜਾਂ ਰੱਬ ਮੇਰੇ ਤੋਂ ਰੁੱਸ ਗਿਆ, ਤਾਂ ਭੇਡ ਵਾਲੀ ਗੱਲ ਤੁਹਾਡੇ ਤੇ ਵੀ ਤਾਂ ਢੁਕਦੀ ਹੈ। ਅਜਿਹਾ ਕਰਦੇ ਤੁਸੀਂ ਆਪਣੇ ਤੇ ਮੁਸੀਬਤਾਂ ਦਾ ਪਹਾੜ ਡੇਗਦੇ ਹੋ। ਇਸ ਤਰ੍ਹਾਂ ਤੁਸੀਂ ਉਹਨਾਂ ਤੱਤਾਂ ਨੂੰ ਉਤਸ਼ਾਹ ਦਿੰਦੇ ਹੋ ਜਿਹੜੇ ਤੁਹਾਡੀ ਸ਼ਾਂਤੀ ਤੇ ਅਮੀਰੀ ਨੂੰ ਖਤਮ ਕਰਦੇ ਆ। ਨਿਰਾਸ਼ ਤੇ ਉਤਸ਼ਾਹਹੀਨ ਵਿਚਾਰਾਂ ਨਾਲ ਤੁਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਵੀ ਖਰਾਬ ਕਰਦੇ ਹੋ। ਇਸ ਤਰ੍ਹਾਂ ਬੁਰੇ ਵਿਚਾਰਾਂ ਨਾਲ ਭਰੇ ਸੰਸਕਾਰ ਤੁਹਾਡੇ ਮਨ 'ਚ ਜੜ ਬਣਾ ਲੈਂਦੇ ਹਨ। ਤੁਸੀਂ ਇਹ ਜਾਣ ਚੁੱਕੇ ਹੋ ਕਿ ਵਿਚਾਰ ਛੂਤ ਰੋਗ ਵਾਂਗ ਹੁੰਦੇ ਹਨ। ਉਹਨਾਂ ਵਿੱਚ ਇੱਕ ਖਾਸੀਅਤ ਇਹ ਵੀ ਹੁੰਦੀ ਹੈ ਕਿ ਚੁੰਬਕ ਵਾਂਗ ਹੁੰਦੇ ਹਨ ਤੇ ਬਰਾਬਰ ਗੁਣ ਧਰਮ ਵਾਲੇ ਪਦਾਰਥਾਂ ਨੂੰ ਆਪਣੇ ਵੱਲ ਖਿੱਚਦੇ ਹਨ। ਇਸੇ ਤਰ੍ਹਾਂ ਉਤਸ਼ਾਹ ਤੇ ਹੁਲਾਸ ਨਾਲ ਭਰੇ ਵਿਚਾਰ ਸਫਲਤਾ ਤੇ ਖੁਸ਼ੀ ਨੂੰ ਹੀ ਆਪਣੇ ਵੱਲ ਖਿੱਚਦੇ ਹਨ। ਕਾਰਜ ਸੰਬੰਧੀ ਆਪਣੀ ਨਿਪੁੰਨਤਾ ਦਾ ਸਰੋਤ ਤੁਹਾਡਾ ਮਨ ਹੀ ਹੈ ਤੇ ਤੁਹਾਡੇ ਮਨ ਭਾਵਾਂ ਤੇ ਵਿਚਾਰਾਂ ਦਾ ਨਮੂਨਾ ਇਹ ਤੁਹਾਡੀ ਜੀਵਨ ਰੂਪੀ ਇਮਾਰਤ ਹੈ। ਜੇ ਤੁਸੀਂ ਕਿਸੇ ਤਰ੍ਹਾਂ ਦਾ ਵਪਾਰ ਕਰਦੇ ਹੋ, ਵਪਾਰੀ ਹੋ ਤੇ ਆਪਣੇ ਮਨ ਵਿੱਚ ਕਾਰਜ ਵਪਾਰ ਪ੍ਰਤੀ ਤੁੱਛ ਵਿਚਾਰ ਰੱਖਦੇ ਹੋ, ਸੋਚਦੇ ਰਹਿੰਦੇ ਹੋ ਕਿ ਅੱਜ ਕੱਲ੍ਹ ਸਮਾਂ ਬੜਾ ਨਾਜ਼ੁਕ ਹੈ ਜਾਂ ਵਪਾਰ ਬੜਾ ਹੀ ਮੰਦਾ ਹੁੰਦਾ ਜਾ ਰਿਹਾ ਹੈ, ਤਾਂ ਇਹਨਾਂ ਵਿਚਾਰਾਂ ਦਾ ਨਤੀਜਾ ਬੜਾ ਹੀ ਮਾਰੂ ਸਿੱਧ ਹੋਏਗਾ। ਇਸ ਤਰ੍ਹਾਂ ਮੂਰਖਤਾ ਭਰੇ ਵਿਚਾਰਾਂ ਨਾਲ ਤੁਹਾਡੇ ਵਪਾਰ ਦੀ ਉੱਨਤੀ ਦੇ ਸਾਰੇ ਰਾਹ ਬੰਦ ਹੋ ਜਾਣਗੇ। ਹੋ ਸਕਦਾ ਹੈ ਤੁਸੀਂ ਸਫਲਤਾ ਲਈ ਜੀ ਤੋੜ ਮਿਹਨਤ ਕਰ ਰਹੇ ਹੋ, ਪਰ ਜੇ ਤੁਹਾਡੇ ਵਿਚਾਰਾਂ ਵਿੱਚ ਅਸਫਲਤਾ ਦਾ ਡਰ ਹੈ ਤਾਂ ਤੁਹਾਡੀ ਮਿਹਨਤ ਬੇਕਾਰ ਚਲੀ ਜਾਏਗੀ ਤੇ ਤੁਹਾਨੂੰ ਨਿਰਾਸ਼ਾ ਹੀ ਹੋਏਗੀ। ਬਹੁਤੇ ਲੋਕ ਸਿਰਫ ਅਸਫਲ ਹੋਣ ਕਰਕੇ ਡਰ ਭਰੇ ਵਿਚਾਰਾਂ ਦੇ ਕਾਰਨ ਸਵੈ ਸ਼ਕਤੀਆਂ ਖਰਾਬ ਕਰ ਦਿੰਦੇ ਹਨ ਤੇ ਸਫਲ ਨਹੀਂ ਹੋ ਸਕਦੇ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਹਰੇਕ ਕੰਮ ਨੂੰ ਆਸ, ਉਤਸ਼ਾਹ ਤੇ ਨਿਸ਼ਚੇ ਨਾਲ ਵੇਖੋ। ਪੱਕਾ ਨਿਸ਼ਚਾ ਰੱਖੋ ਕਿ ਜੋ ਕੁਝ ਵੀ ਹੋਏਗਾ ਚੰਗਾ ਹੋਏਗਾ। ਹਮੇਸ਼ਾ ਝੂਠ ਤੇ ਸੱਚ ਦੀ ਜਿੱਤ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਚੱਲਣਾ ਚਾਹੀਦਾ ਹੈ ਕਿ ਵਿਚਾਰਾਂ ਤੇ ਕਾਰਜ ਦੀ ਏਕਤਾ ਹੀ ਸੱਚ ਹੈ, ਵਿਰੋਧ ਤੇ ਭਰਮ ਝੂਠ।
ਇੱਕ ਵਾਰ ਤੁਸੀਂ ਇਸ ਤੱਥ ਨੂੰ ਸਮਝ ਲਓਗੇ, ਤੁਹਾਡੀ ਗਿਣਨਾ ਆਸਵੰਦ ਵਿਅਕਤੀਆਂ 'ਚ ਹੋਣ ਲੱਗ ਪਏਗੀ। ਇਸ ਨਾਲ ਸਿਰਫ ਤੁਹਾਡੇ ਵਿਅਕਤੀਗਤ ਜੀਵਨ ਨੂੰ ਹੀ ਲਾਭ ਨਹੀਂ ਹੋਏਗਾ, ਸਗੋਂ ਤੁਹਾਡੇ ਨੇੜਲੇ ਲੋਕ ਵੀ ਪ੍ਰੇਰਨਾ ਲੈਣਗੇ। ਆਸ ਤੁਹਾਡੇ ਜੀਵਨ 'ਚ ਅੰਮ੍ਰਿਤ ਦਾ ਕੰਮ ਕਰਦੀ ਹੈ। ਜਿਸ ਤਰ੍ਹਾਂ ਰੁੱਖਾਂ ਬੂਟਿਆਂ ਨੂੰ ਸੂਰਜ ਕਿਰਨਾਂ ਨਾਲ ਜੀਵਨ ਮਿਲਦਾ ਹੈ, ਉਸੇ ਤਰ੍ਹਾਂ ਆਸ ਨਾਲ ਤੁਹਾਡੇ 'ਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਮਨ ਸੂਰਜ ਨਾਲ ਫੁੱਟਣ ਵਾਲੀਆਂ ਕਿਰਨਾਂ ਤੋਂ ਹੀ ਤੁਹਾਡਾ ਜੀਵਨ ਰੁੱਖ ਖਿੜਦਾ ਹੈ। ਇਸੇ ਨਾਲ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਸ ਦੇ ਉਲਟ ਨਿਰਾਸ਼ਾ ਭਰੇ ਵਿਚਾਰ ਤੁਹਾਨੂੰ ਕਦੀ ਵੀ ਉੱਨਤੀ ਨਹੀਂ ਕਰਨ ਦਿੰਦੇ। ਨਿਰਾਸ਼ਾ ਹਮੇਸ਼ਾ ਹੀ ਤੁਹਾਡੇ ਵਿਨਾਸ਼ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਜਿਹੜਾ ਵਿਅਕਤੀ ਹਰ ਗੱਲ ਤੇ ਚੀਜ਼ ਨੂੰ ਨਿਰਾਸ਼ਾਜਨਕ ਪਹਿਲੂ ਨਾਲ ਹੀ ਵੇਖਦੇ ਹੈ, ਅਸਫਲਤਾ ਦੇ ਵਿਚਾਰਾਂ ਨੂੰ ਹੀ ਮਨ 'ਚ ਜਗ੍ਹਾ ਦਿੰਦੇ ਹਨ, ਉਹ ਹਮੇਸ਼ਾ ਦੁਖੀ ਰਹਿੰਦੇ ਹਨ, ਗਰੀਬ ਰਹਿੰਦੇ ਹਨ। ਉਹ ਕਦੇ ਸਫਲਤਾ ਦਾ ਫਲ ਨਹੀਂ ਖਾ ਸਕਦੇ। ਕੋਈ ਵੀ ਚੀਜ਼ ਆਪਣੇ ਵਿਪਰੀਤ ਗੁਣ ਧਰਮ ਵਾਲੇ ਪਦਾਰਥਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕਦੀ। ਉਸ 'ਚ ਅਜਿਹੀ ਸ਼ਕਤੀ ਨਹੀਂ ਹੁੰਦੀ। ਹਰ ਚੀਜ਼ ਆਪਣੇ ਬਰਾਬਰ ਗੁਣ ਧਰਮ ਵਾਲੀਆਂ ਚੀਜ਼ਾਂ ਨੂੰ ਹੀ ਆਪਣੇ ਵੱਲ ਖਿੱਚਦੀ ਹੈ। ਜੇ ਤੁਸੀਂ ਸੁਖੀ ਤੇ ਅਮੀਰ ਹੋਣਾ ਚਾਹੁੰਦੇ ਹੋ ਤਾਂ ਸੁਖੀ ਤੇ ਅਮੀਰ ਵਿਚਾਰਾਂ ਨੂੰ ਹੀ ਆਪਣੇ ਮਨ 'ਚ ਜਗ੍ਹਾ ਦਿਓ। ਇਸ ਨਾਲ ਤੁਹਾਡੀ ਆਤਮਾ 'ਚ ਉਦਾਰਤਾ ਫੈਲੇਗੀ। ਜਿਹੜਾ ਗਰੀਬੀ ਤੋਂ ਡਰਦਾ ਹੈ, ਗਰੀਬੀ ਉਸ ਕੋਲ ਆਉਂਦੀ ਹੈ। ਇਸ ਲਈ ਜੇ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ, ਤੁਹਾਨੂੰ ਗਰੀਬ ਵਿਚਾਰਾਂ ਨੂੰ ਛੱਡਣਾ ਪਏਗਾ। ਇਸੇ ਨਾਲ ਹੀ ਉਹਨਾਂ ਸਾਰੇ ਵਿਚਾਰਾਂ ਨਾਲ ਸੰਬੰਧ ਤੋੜਨਾ ਪਏਗਾ ਜਿਨ੍ਹਾਂ ਤੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਡਰ ਲੱਗਦਾ ਹੈ। ਹਰ ਤਰ੍ਹਾਂ ਦੇ ਨਿਰਾਸ਼ਾਜਨਕ ਵਿਚਾਰਾਂ ਨੂੰ ਖਤਮ ਕਰ ਦਿਓ, ਉਹਨਾਂ ਨੂੰ ਭੁੱਲ ਜਾਓ ਤੇ ਮਨ 'ਚ ਹਮੇਸ਼ਾ ਲਈ ਕੱਢ ਦਿਓ। ਇਹ ਅਸ਼ੁਭ ਵਿਚਾਰ ਤੁਹਾਡੇ ਭਰੋਸੇ ਨੂੰ ਰੋਕ ਰੱਖਦੇ ਹਨ, ਉਸ ਵਿੱਚ ਰੋਕ ਪੈਦਾ ਕਰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਮਨ ਵਿੱਚ ਉਹਨਾਂ ਚੀਜ਼ਾਂ ਨਾਲ ਸੰਬੰਧਿਤ ਵਿਚਾਰਾਂ ਨੂੰ ਜਗ੍ਹਾ ਦਿਓ ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ। ਅਜਿਹਾ ਕਰਨ ਦਾ ਨਤੀਜਾ ਇਹ ਹੋਏਗਾ ਕਿ ਤੁਸੀਂ ਜਿਨ੍ਹਾਂ ਚੀਜ਼ਾਂ ਦੀ ਇੱਛਾ ਕਰਦੇ ਹੋ ਉਹ ਤੁਹਾਡੇ ਵੱਲ ਆਉਂਦੀਆਂ ਹਨ। ਤੁਹਾਡੇ ਕੰਮ ਤੇ ਉਹਦੇ ਪ੍ਰਤੀ ਪੈਦਾ ਮਨ ਭਾਵਾਂ ਦਾ ਬੜਾ ਡੂੰਘਾ ਸੰਬੰਧ ਹੈ। ਤੁਸੀਂ ਜਾਣ ਲਓ ਕਿ ਕੰਮ ਦੇ ਪ੍ਰਤੀ ਪੈਦਾ ਹੈਰਾਨੀ, ਸ਼ੱਕ ਜਾਂ ਕੋਈ ਹੋਰ ਵਿਚਾਰ ਉਹਨੂੰ ਕਦੀ ਸਿੱਧ ਨਹੀਂ ਹੋਣ ਦੇਗਾ। ਇਸ ਤਰ੍ਹਾਂ ਕਦੀ ਉੱਨਤੀ ਨਹੀਂ ਹੋਏਗੀ ਤੇ ਤੁਸੀਂ ਹਮੇਸ਼ਾ ਪਰੇਸ਼ਾਨ ਰਹੋਗੇ। ਜੇ ਤੁਸੀਂ ਇਹੀ ਸੋਚਦੇ ਰਹੋਗੇ ਕਿ ਕੀ ਕਰੀਏ, ਸਾਨੂੰ ਤੇ ਮਜਬੂਰ ਹੋ ਕੇ ਕੰਮ ਕਰਨਾ ਪੈ ਰਿਹਾ ਹੈ, ਇਸ ਨਾਲ ਸਾਨੂੰ ਰੁੱਖੀ ਸੁੱਖੀ ਰੋਟੀ ਹੀ ਮਿਲੇਗੀ ਤੇ ਰੱਬ ਨੇ ਸਾਨੂੰ ਬਣਾਇਆ ਹੀ ਇਸ ਲਈ ਹੈ ਕਿ ਅਸੀਂ ਹਮੇਸ਼ਾ ਸਖਤ ਮਿਹਨਤ ਕਰੀਏ ਤੇ ਅਜਿਹੀ ਬੁਰੀ ਹਾਲਤ ਵਿੱਚ ਰਹੀਏ, ਤਾਂ ਸੱਚ ਜਾਣੋ ਕਿ ਤੁਹਾਨੂੰ ਇਹਨਾਂ ਵਿਚਾਰਾਂ ਦੇ ਅਸਰ ਤੋਂ ਕੋਈ ਵੀ ਨਹੀਂ ਬਚਾ ਸਕਦਾ। ਤੁਹਾਨੂੰ ਜੀਵਨ ਭਰ ਇਸੇ ਤਰ੍ਹਾਂ ਦੇ ਵਿਚਾਰਾਂ ਦੀ ਚੱਕੀ 'ਚ ਪਿਸਣਾ ਪਏਗਾ। ਇਹ ਤਾਂ ਤੁਹਾਨੂੰ ਮੰਨਣਾ ਪਏਗਾ ਕਿ ਤੁਸੀਂ ਤਰ੍ਹਾਂ ਦੇ ਵਿਚਾਰਾਂ ਦੇ ਬੁਰੇ ਅਸਰ ਤੋਂ ਕਦੇ ਨਹੀਂ ਬਚ ਸਕੋਗੇ, ਨਾ ਹੀ ਉਸ ਤੋਂ ਕੋਈ ਲਾਭ ਉਠਾ ਸਕੋਗੇ। ਹਾਂ, ਜੇ ਤੁਸੀਂ ਇਹਨਾਂ ਵਿਚਾਰਾਂ ਦੇ ਹੁੰਦਿਆਂ ਵੀ ਆਪਣੇ ਭਵਿੱਖ ਨੂੰ ਉੱਜਲ ਸਮਝੋ ਤੇ ਸਮਝੋ ਕਿ ਛੇਤੀ ਤੁਹਾਡੇ ਜੀਵਨ ਦਾ ਦੁਖੀ ਕਾਂਡ ਖਤਮ ਹੋਣ ਵਾਲਾ ਹੈ ਤੇ ਉਹ ਸਵੇਰ ਆਉਣੀ ਵਾਲੀ ਹੈ ਜਦੋਂ ਤੁਹਾਨੂੰ ਸੁੱਖ ਤੇ ਸ਼ਾਂਤੀ ਮਿਲੇਗੀ। ਤੇ ਇਹ ਸੋਚਦੇ ਹੋਏ ਜੇ ਤੁਸੀਂ ਬੇਫਿਕਰ ਹੋ ਕੇ ਕੰਮ 'ਚ ਲੱਗੇ ਰਹੋ ਤਾਂ ਤੁਹਾਨੂੰ ਆਪਣਾ ਲਕਸ਼ ਪ੍ਰਾਪਤ ਹੋਏਗਾ। ਪਰ ਉਹ ਸਫਲਤਾ ਪ੍ਰਾਪਤੀ ਲਈ ਤੁਹਾਡੇ 'ਚ ਪੱਕਾ ਭਰੋਸਾ ਤਾਂ ਹੋਣਾ ਹੀ ਚਾਹੀਦਾ ਹੈ। ਤੁਹਾਡੇ 'ਚ ਕਾਰਜ ਸ਼ਮਤਾ ਵੀ ਹੋਣੀ ਚਾਹੀਦੀ ਹੈ। ਪੱਕੇ ਨਿਸ਼ਚੇ 'ਚ ਇੱਕ ਖਾਸ ਤਰ੍ਹਾਂ ਦੀ ਉਤਪਾਦਕ ਸ਼ਕਤੀ ਹੁੰਦੀ ਹੈ ਜਿਸ ਨਾਲ ਕੰਮ ਪੂਰੇ ਹੁੰਦੇ ਹੈ। ਸਾਨੂੰ ਅੱਜ ਤੱਕ ਇੱਕ ਵੀ ਅਜਿਹਾ ਵਿਅਕਤੀ ਨਹੀਂ ਮਿਲਿਆ ਜਿਹਨੂੰ ਆਪਣੇ ਤੇ ਪੂਰਾ ਭਰੋਸਾ ਹੋਵੇ, ਮਨ ਵਿੱਚ ਪੱਕਾ ਨਿਸ਼ਚਾ ਹੋਵੇ ਤੇ ਆਪਣੇ ਲਕਸ਼ ਪ੍ਰਾਪਤੀ 'ਚ ਮਨ, ਵਚਨ ਤੇ ਕਰਮ ਨਾਲ ਲੱਗਾ ਹੋਵੇ, ਫਿਰ ਵੀ ਉਹਨੂੰ ਸਫਲਤਾ ਨਾ ਮਿਲੀ ਤਾਂ ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਹਰ ਉੱਚੀ ਇੱਛਾ ਪਹਿਲਾਂ ਤੁਹਾਡੇ ਮਨ 'ਚ ਆਤਮ ਪ੍ਰੇਰਨਾ ਦੇ ਰੂਪ 'ਚ ਆਉਂਦੀ ਹੈ ਤੇ ਜੇ ਤੁਸੀਂ ਠੀਕ ਯਤਨ ਕਰੋਗੇ ਤਾਂ ਤੁਹਾਡੀ ਇੱਛਾ ਪੂਰਤੀ ਹੋਏਗੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉੱਚੇ ਤੇ ਮਹਾਨ ਵਿਚਾਰਾਂ ਨੂੰ ਆਪਣੇ ਮਨ 'ਚ ਜਗ੍ਹਾ ਦਿਓ। ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਤੁਹਾਡੇ ਮਨ 'ਚ ਕੋਈ ਭਰਮ ਨਹੀਂ ਹੋਣਾ ਚਾਹੀਦਾ। ਸ਼ੱਕ ਨਾਲ ਤੁਹਾਡੀ ਉਤਪਾਦਕ ਸ਼ਕਤੀ ਕਮਜ਼ੋਰ ਹੁੰਦੀ ਹੈ ਤੇ ਆਸ ਪੂਰੀ ਨਹੀਂ ਹੋ ਸਕਦੀ। ਤੁਹਾਨੂੰ ਆਪਣੇ ਮਨ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ਕਿ ਤੁਸੀਂ ਜੋ ਪਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਜ਼ਰੂਰ ਮਿਲੇਗਾ। ਤੁਹਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਤੁਸੀਂ ਸੰਸਾਰ ਵਿੱਚ ਸਫਲਤਾ, ਜਿੱਤ ਤੇ ਸੁੱਖ ਪਾਉਣ ਲਈ ਪੈਦਾ ਹੋਏ ਹੋ।
ਜੇ ਤੁਸੀਂ ਇੱਕ ਵਾਰ ਪੱਕਾ ਨਿਸ਼ਚਾ ਕਰ ਲਓ ਕਿ ਤੁਹਾਨੂੰ ਸਭ ਕੁਝ ਮਿਲਣਾ ਚਾਹੀਦਾ ਹੈ, ਤਾਂ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਇਸ ਤਰ੍ਹਾਂ ਆਸ ਵਿਚਾਰਾਂ ਨੂੰ ਮਨ 'ਚ ਬਾਰ-ਬਾਰ ਦੁਹਰਾਉਣ ਨਾਲ ਤੁਹਾਡੀ ਜਿੱਤ ਨਿਸ਼ਚਿਤ ਹੈ ਤੇ ਤੁਸੀਂ ਜਿਸ ਚੀਜ਼ ਦੀ ਇੱਛਾ ਕੀਤੀ ਹੈ ਉਹ ਤੁਹਾਡੇ ਵੱਲ ਖਿੱਚਦੀ ਚਲੀ ਆਏਗੀ। ਤੁਹਾਡੇ 'ਚ ਮਨ ਇੱਛਾਵਾਂ ਪ੍ਰਤੀ ਭਰਮ ਨਹੀਂ ਹੋਣਾ ਚਾਹੀਦਾ। ਰੱਬ ਦੀ ਇੱਛਾ ਹੈ ਕਿ ਮਨੁੱਖ ਆਪਣੇ ਹਾਲਾਤਾਂ ਦਾ ਗੁਲਾਮ ਨਾ ਰਹੇ, ਉਹ ਉਹਨਾਂ ਨੂੰ ਜਿੱਤ ਕੇ ਸੁੱਖ ਸੁਵਿਧਾਵਾਂ ਦਾ ਭੋਗ ਕਰੇ। ਉਹਨੇ ਕੰਮ ਪੂਰਾ ਕਰਨ ਲਈ ਤੁਹਾਨੂੰ ਮਾਨਸਿਕ ਸ਼ਕਤੀ ਰੂਪੀ ਸੇਵਕਾਂ ਦੀ ਸੇਵਾ ਦਿੱਤੀ ਹੈ। ਜੇ ਤੁਸੀਂ ਇਸ ਸ਼ਕਤੀ ਤੇ ਭਰੋਸਾ ਰੱਖੋਗੇ ਤਾਂ ਜੋ ਚਾਹੋਗੇ ਉਹੀ ਮਿਲੇਗਾ। ਕੁਝ ਲੋਕ ਇਹੀ ਸੋਚਦੇ ਰਹਿੰਦੇ ਆ ਕਿ ਵੇਖੀਏ ਅੱਗੇ ਕੀ ਹੁੰਦਾ ਹੈ। ਉਹਨਾਂ ਲੋਕਾਂ 'ਚ ਇਹ ਸ਼ਕਤੀ ਨਹੀਂ ਹੁੰਦੀ ਕਿ ਉਹ ਪ੍ਰਤੀਕੂਲ ਹਾਲਾਤਾਂ ਨੂੰ ਆਪਣੇ ਅਨੁਕੂਲ ਬਣਾ ਸਕਣ। ਅਜਿਹੇ ਲੋਕ ਸਫਲ ਨਹੀਂ ਹੋ ਸਕਦੇ। ਮਨਪਸੰਦ ਕੰਮ ਉਹੀਓ ਲੋਕ ਕਰਦੇ ਹਨ ਜਿਨ੍ਹਾਂ ਦਾ ਪੱਕਾ ਨਿਸ਼ਚਾ ਹੁੰਦਾ ਹੈ। ਪੱਕੇ ਨਿਸ਼ਚੇ ਵਾਲੇ ਲੋਕ ਹੀ ਦੁਨੀਆ ਵਿੱਚ ਮਹਾਨ ਕੰਮ ਕਰ ਸਕੇ ਹਨ। ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਹੋਰ ਲੋਕਾਂ ਦੇ ਨਿਰਾਸ਼ਪੂਰਨ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਨਿਸ਼ਚੇ ਵਾਲੇ ਲੋਕ ਦੀ ਵੀ ਸਵੈ ਭਰੋਸਾ ਛੱਡ ਬੈਂਦੇ ਹੈ ਤੇ ਖੁਸ਼ੀ ਹੁਲਾਸ ਦੀ ਜਗ੍ਹਾ ਹਰ ਵੇਲੇ ਨਿਰਾਸ਼ ਵਾਤਾਵਰਨ 'ਚ ਰਹਿਣ ਲੱਗਦੇ ਹੈ। ਕੋਈ ਕਾਰਜ ਗਿਆਨ ਨਾ ਹੋਣ ਦੀ ਗੱਲ ਕਹਿੰਦਾ ਹੈ ਤੇ ਕੋਈ ਸ਼ਮਤਾ ਨਾ ਹੋਣ ਦੀ ਗੱਲ ਕਹਿੰਦਾ ਹੈ। ਇਸ ਤਰ੍ਹਾਂ ਨਿਰਾਸ਼ ਗੱਲਾਂ ਸੁਣਦੇ ਸੁਣਦੇ ਉਹ ਨਿਰਾਸ਼ ਹੋ ਜਾਂਦੇ ਹੈ ਤੇ ਕਾਰਜ ਪੂਰਾ ਕਰਨ ਦੀ ਉਤਪਾਦਕ ਸ਼ਕਤੀ ਨਸ਼ਟ ਕਰ ਬੈਂਦੇ ਹੈ। ਉਹ ਅੱਗੇ ਹੋਣ ਦੀ ਜਗ੍ਹਾ ਪਿੱਛੇ ਲੱਗ ਜਾਂਦੇ ਹੈ। ਤੁਹਾਡੀ ਆਤਮਾ ਇੱਕ ਅਨੰਤ ਸ਼ਕਤੀ ਦਾ ਭੰਡਾਰ ਹੈ। ਤੁਸੀਂ ਇਹਨੂੰ ਮਹਿਸੂਸ ਕਰ ਸਕਦੇ ਹੋ। ਇਹੀ ਸ਼ਕਤੀ ਤੁਹਾਡੇ ਨਿਸ਼ਚੇ ਨੂੰ ਕਾਰਜ ਰੂਪ 'ਚ ਬਦਲ ਦਿੰਦੀ ਹੈ। ਜੇ ਤੁਸੀਂ ਮੰਨ ਲਓ ਕਿ ਤੁਸੀਂ ਦੀਨਹੀਨ ਤੁੱਛ ਹੋ, ਹੋਰ ਲੋਕ ਤੁਹਾਡੇ ਤੋਂ ਚੰਗੇ ਹਨ, ਤਾਂ ਇਹ ਵਿਚਾਰ ਤੁਹਾਡੀ ਆਤਮਾ ਤੇ ਅੰਕਿਤ ਹੋ ਜਾਣਗੇ ਤੇ ਤੁਸੀਂ ਅਸਲ 'ਚ ਦੀਨਹੀਨ ਤੇ ਤੁੱਛ ਬਣ ਜਾਓਗੇ। ਤੇ ਜੇ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਸੰਸਾਰ ਦੇ ਸਾਰੇ ਚੰਗੇ ਪਦਾਰਥਾਂ ਨੂੰ ਭੋਗ ਸਕਦੇ ਹੋ, ਤੁਹਾਡਾ ਹੱਕ ਹੈ, ਦੁੱਖ ਬਿਮਾਰੀ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਤਾਂ ਤੁਹਾਡੇ ਮਨ ਦੀ ਉਤਪਾਦਕ ਕਾਰਜ ਸ਼ਕਤੀ ਵਧੇਗੀ ਤੇ ਤੁਹਾਡੀ ਇੱਛਾ ਪੂਰੀ ਹੋ ਜਾਏਗੀ। ਵਿਚਾਰ ਮੁੱਖ ਰੂਪ ਨਾਲ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਵਿਚਾਰ ਉਹ ਹਨ ਜਿਨ੍ਹਾਂ ਨਾਲ ਤੁਹਾਡਾ ਸਰੀਰ, ਮਨ ਤੇ ਆਤਮਾ ਸ਼ਕਤੀ ਲੈਂਦੇ ਹਨ। ਦੂਜੇ ਉਹ ਜਿਨ੍ਹਾਂ ਨਾਲ ਸਰੀਰ ਤੇ ਆਤਮਾ ਕਮਜ਼ੋਰ ਹੁੰਦੇ ਹਨ। ਪਹਿਲੀ ਤਰ੍ਹਾਂ ਦੇ ਵਿਚਾਰ ਰੱਖਿਆ ਕਰਨ ਵਾਲੇ ਤੇ ਦੂਜੀ ਤਰ੍ਹਾਂ ਦੇ ਮਾਰਨ ਵਾਲੇ ਹਨ। ਤੁਹਾਡੀ ਵਿਚਾਰ ਸ਼ਕਤੀ ਕਿੰਨੀ ਬਲਵਾਨ ਹੈ, ਇਹ ਤੁਹਾਡੀ ਕਾਰਜ ਸ਼ਕਤੀ ਤੋਂ ਪਤਾ ਲੱਗ ਜਾਂਦਾ ਹੈ। ਕਈ ਵਿਅਕਤੀ ਇੰਨੀ ਕਮਜ਼ੋਰ ਵਿਚਾਰ ਸ਼ਕਤੀ ਵਾਲੇ ਹੁੰਦੇ ਹਨ ਕਿ ਉਹਨਾਂ ਦਾ ਮਨ ਸਧਾਰਨ ਕੰਮ ਕਰਨ ਵਿੱਚ ਵੀ ਝਿਜਕਦਾ ਹੈ। ਇਸੇ ਲਈ ਉਹ ਦੁਨੀਆ ਵਿੱਚ ਨਾ ਤਾਂ ਵਾਧੂ ਕੰਮ ਕਰ ਸਕਦੇ ਹੈ ਤੇ ਨਾ ਕੋਈ ਮਹੱਤਵਪੂਰਨ ਵਿਚਾਰ। ਕਿਸੇ ਮਨੁੱਖ ਦੀ ਵਿਚਾਰ ਸ਼ਕਤੀ ਦਾ ਕਮਜ਼ੋਰ ਜਾਂ ਬਲਸ਼ਾਲੀ ਹੋਣਾ ਉਹਦੀ ਗੱਲਬਾਤ ਤੋਂ ਪ੍ਰਗਟ ਹੋ ਜਾਂਦਾ ਹੈ। ਬਹੁਤੇ ਮਨੁੱਖਾਂ ਦੀ ਵਿਚਾਰ ਸ਼ਕਤੀ ਇੰਨੀ ਪ੍ਰਬਲ ਹੁੰਦੀ ਹੈ ਕਿ ਉਹ ਦੂਜਿਆਂ ਤੇ ਛੇਤੀ ਆਪਣਾ ਪ੍ਰਭਾਵ ਛੱਡਦੇ ਹਨ। ਉਹਨਾਂ ਨੂੰ ਵੇਖਦੇ ਹੀ ਦੂਜੇ ਲੋਕਾਂ 'ਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਦੁਨੀਆ ਨੂੰ ਅਜਿਹੇ ਲੋਕ ਹੀ ਚਲਾਉਂਦੇ ਹਨ। ਉਹਨਾਂ ਦੇ ਇੱਕ ਹੀ ਅੱਖਰ ਤੇ ਦੁਨੀਆ 'ਚ ਵੱਡੇ ਵੱਡੇ ਕੰਮ ਪੂਰੇ ਹੋ ਜਾਂਦੇ ਹਨ। ਉੱਚ ਆਤਮਾਵਾਂ ਦੀ ਆਗਿਆ ਦੀ ਪਾਲਣਾ ਕਰਨੀ ਲੋਕਾਂ ਲਈ ਬੜੀ ਨਸੀਬ ਦੀ ਗੱਲ ਹੁੰਦੀ ਹੈ। ਕਿਸੇ ਦਿਵ ਪੁਰਖ ਨਾਲ ਪਹਿਲੀ ਵਾਰ ਮਿਲਣ ਤੇ ਹੀ ਤੁਹਾਨੂੰ ਆਪਣੇ ਸਰੀਰ ਵਿੱਚ ਨਵੇਂ ਵਿਚਾਰ ਦਾ ਸੰਚਾਰ ਹੁੰਦਾ ਲੱਗਦਾ ਹੈ। ਉਸ ਨਾਲ ਜਾਣ ਪਛਾਣ ਨਾ ਹੋਣ ਤੇ ਵੀ ਤੁਹਾਡਾ ਉਸ ਤੇ ਭਰੋਸਾ ਹੋ ਜਾਂਦਾ ਹੈ। ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਸ ਵਿੱਚ ਕੋਈ ਨਾ ਕੋਈ ਦਿਵ ਸ਼ਕਤੀ ਹੈ, ਜਿਸ ਦੀ ਸ਼ਕਤੀ ਨਾਲ ਉਹ ਸੰਸਾਰ ਸੰਚਾਲਨ ਜਿਹਾ ਮਹਾਨ ਕੰਮ ਕਰਦਾ ਹੈ। ਇਹਦੇ ਉਲਟ ਜੇ ਤੁਸੀਂ ਕਿਸੇ ਪਤਿਤ ਬੰਦੇ ਨਾਲ ਮਿਲਦੇ ਹੋ ਤਾਂ ਤੁਹਾਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਇਹਦਾ ਰਾਹ ਕਦੇ ਪੱਧਰਾ ਨਹੀਂ ਹੋ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਨੂੰ ਤੁਹਾਡੀਆਂ ਸ਼ਕਤੀਆਂ ਦਾ ਪਰਿਚੈ ਮਿਲੇ ਤਾਂ ਤੁਹਾਨੂੰ ਆਪਣੀਆਂ ਸ਼ਕਤੀਆਂ ਦਾ ਵਿਕਾਸ ਕਰਨਾ ਪਏਗਾ। ਜੇ ਤੁਹਾਡੇ ਚਾਪੇ ਨੂੰ ਨਿਖਾਰਨ ਸ਼ਕਤੀ ਹੈ ਤਾਂ ਤੁਸੀਂ ਸਫਲਤਾ ਤੇ ਜਿੱਤ ਦੇ ਭਾਗੀ ਹੋਵੋਗੇ। ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਸ ਵਿੱਦਿਆ ਦੇ ਗਿਆਨ ਤੋਂ ਬਿਨਾਂ ਦੁਨੀਆ 'ਚ ਦਾਖਲ ਹੋਗੇ ਤਾਂ ਪੜ੍ਹੇ ਲਿਖੇ ਹੋਣ ਤੇ ਵੀ ਤੁਸੀਂ ਸਫਲ ਨਹੀਂ ਹੋਗੇ। ਤੁਹਾਡੇ ਮਨ 'ਚ ਜਿਹੜਾ ਭਰਮ ਬੈਠਾ ਹੋਇਆ ਹੈ ਉਹ ਤੁਹਾਡੀ ਸੁਭਾਵਿਕ ਸ਼ਕਤੀਆਂ ਨੂੰ ਖਤਮ ਕਰ ਦਿੰਦਾ ਹੈ ਤੇ ਤੁਸੀਂ ਮੁਸ਼ਕਿਲ ਹਾਲਤ ਵਿੱਚ ਪਹੁੰਚ ਜਾਂਦੇ ਹੋ। ਦੁਨੀਆ ਵਿੱਚ ਹਜ਼ਾਰਾਂ ਸ਼ਾਸਤਰਾਂ ਤੇ ਗਿਆਨ ਦੀ ਅਪੇਖਿਆ ਜੇ ਤੁਸੀਂ ਸਿਰਫ ਇੰਨਾ ਹੀ ਸਮਝ ਲਓ ਕਿ ਤੁਸੀਂ ਆਪਣੀ ਉਤਪਾਦਕ ਸ਼ਕਤੀ ਦੀ ਰੱਖਿਆ ਕਿਵੇਂ ਕਰ ਸਕਦੇ ਹੋ, ਇਹੀ ਬਹੁਤ ਹੈ। ਤੁਸੀਂ ਵੇਖਿਆ ਹੋਵੇਗਾ ਕਿ ਬਹੁਤੇ ਉਪਾਧੀਧਾਰੀ ਲੋਕ ਆਪਣੀ ਨਾ ਮਾਨਸਿਕ ਪ੍ਰਵਿਰਤੀ ਦੇ ਕਾਰਨ ਕੁਝ ਵੀ ਨਹੀਂ ਕਰ ਸਕਦੇ ਤੇ ਅਸਫਲ ਹੁੰਦੇ ਹੈ।
ਤੁਸੀਂ ਆਪਣੀਆਂ ਅਵਿਕਸਿਤ ਸ਼ਕਤੀਆਂ ਨੂੰ ਇੱਕ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਸਫਲਤਾ ਮਿਲੇਗੀ ਤੇ ਤੁਹਾਡਾ ਭਵਿੱਖ ਸੁਖਮਈ ਹੋ ਜਾਏਗਾ। ਨਿਸ਼ਚੇ ਵਿਚਾਰਾਂ ਨਾਲ ਨਿਰਮਾਣ ਸ਼ਕਤੀ ਵੱਧਦੀ ਹੈ, ਚਰਮ ਸੀਮਾ ਤੇ ਜਾ ਪਹੁੰਚਦੀ ਹੈ। ਨਾ ਵਾਲੇ ਵਿਚਾਰ ਕਮਜ਼ੋਰੀ ਪੈਦਾ ਕਰਦੇ ਹੈ। ਇਸ ਲਈ ਇਹ ਚੰਗਾ ਹੋਏਗਾ ਕਿ ਸਮੇਂ-ਸਮੇਂ ਤੇ ਤੁਸੀਂ ਆਪਣੇ ਮਨ ਨੂੰ ਫਾਲਤੂ ਵਿਚਾਰਾਂ ਤੋਂ ਮੁਕਤ ਰੱਖੋ ਤੇ ਉਹਨੂੰ ਆਰਾਮ ਦਾ ਸਾਹ ਲੈਣ ਦਿਓ। ਤੁਸੀਂ ਇਹ ਤਾਂ ਜਾਣਦੇ ਹੋ ਕਿ ਜਿਹੋ ਜਿਹਾ ਬੀਜ ਬੀਜਿਆ ਜਾਏਗਾ ਤੁਹਾਨੂੰ ਫਲ ਵੀ ਉਹੋ ਜਿਹਾ ਹੀ ਮਿਲੇਗਾ। ਜੇ ਤੁਸੀਂ ਆਪਣੇ ਮਨ 'ਚ ਦੁੱਖ, ਦਰਦ, ਗਰੀਬੀ ਦੇ ਭਾਵ ਰੱਖੋਗੇ ਤਾਂ ਤੁਹਾਨੂੰ ਸੁੱਖ, ਸੰਤੋਖ ਤੇ ਪਿਆਰ ਕਿਵੇਂ ਮਿਲੇਗਾ? ਜੇ ਤੁਸੀਂ ਹੁਣੇ ਹੀ ਆਪਣੇ ਮਨ, ਵਚਨ ਤੇ ਕਰਮ ਤੋਂ ਇਹ ਭਰੋਸਾ ਕਰੋ ਕਿ ਤੁਸੀਂ ਹੁਣ ਵੀ ਉਹੋ ਹੀ ਮਨੁੱਖ ਹੋ ਜਿਹੋ ਜਿਹੇ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਹੀ ਦਿਨਾਂ 'ਚ ਮਹਿਸੂਸ ਹੋਣ ਲੱਗੇਗਾ ਕਿ ਤੁਹਾਡੇ ਆਦਰਸ਼ ਸਿੱਧ ਹੋ ਰਹੇ ਹਨ ਤੇ ਤੁਹਾਡਾ ਚਰਿੱਤਰ ਅਜਿਹਾ ਹੀ ਬਣਦਾ ਜਾ ਰਿਹਾ ਹੈ ਜਿਹੋ ਜਿਹਾ ਤੁਸੀਂ ਹੋਣਾ ਚਾਹੁੰਦੇ ਹੋ। ਪਰ ਉਸ ਲਈ ਤੁਹਾਨੂੰ ਉਹਨਾਂ ਗੁਣਾਂ ਦੀ ਲੋੜ ਹੋਏਗੀ ਜਿਹੜੇ ਤੁਹਾਨੂੰ ਉੱਚਾ ਬਣਾ ਕੇ ਤੁਹਾਡੀ ਆਤਮਾ ਨੂੰ ਦਿਵ ਬਣਾਉਣ, ਜਿਸ ਨਾਲ ਤੁਹਾਡੀ ਉਤਪਾਦਕ ਸ਼ਕਤੀ ਤੇਜ਼ ਹੋ ਕੇ ਤੁਹਾਡੀ ਗਰੀਬੀ ਨੂੰ ਖਤਮ ਕਰ ਦੇ। ਮਨੁੱਖ 'ਚ ਜਦ ਉਤਪਾਦਨ ਸ਼ਕਤੀ 'ਚ ਕਮੀ ਆਉਣ ਲੱਗਦੀ ਹੈ ਤਾਂ ਉਹਦੀ ਬੁੱਧੀ ਤੇ ਆਤਮਾ ਦਾ ਵਿਕਾਸ ਹੋਣਾ ਬੰਦ ਹੋ ਜਾਂਦਾ ਹੈ। ਉਸ ਰੁੱਖ ਵਾਂਗ ਹੋ ਜਾਂਦਾ ਜਿਹੜਾ ਸੂਰਜ ਤੇ ਵਰਖਾ ਦੀ ਘਾਟ ਕਰਕੇ ਕੀੜੇ ਲੱਗਣ ਕਾਰਨ ਸੁੱਕਣ ਲੱਗਦਾ ਹੈ। ਜਦ ਮਨੁੱਖ ਮਨ ਭਾਵਾਂ ਨੂੰ ਸੰਜਮ ਕਰ ਲੈਂਦਾ ਹੈ, ਉਸ 'ਚ ਦੂਜਿਆਂ ਦੇ ਗੰਦੇ ਵਿਚਾਰਾਂ ਤੋਂ ਬਚਣ ਦੀ ਸ਼ਕਤੀ ਆ ਜਾਂਦੀ ਹੈ। ਇਸ ਤਰ੍ਹਾਂ ਮਾੜੇ ਵਿਚਾਰਾਂ ਤੋਂ ਬਚ ਜਾਂਦਾ ਹੈ ਤੇ ਜੇ ਮਨ ਨੂੰ ਬੁਰਾਈਆਂ ਵੱਲ ਜਾਣਦੇ ਹੋ ਤਾਂ ਬੁਰੇ ਕੰਮਾਂ 'ਚ ਉਲਝ ਜਾਓਗੇ। ਨਿਸ਼ਚੇ ਨਾਲ ਗੁਣਾਂ ਦਾ ਵਿਕਾਸ ਹੋਏਗਾ ਤੇ ਤੁਹਾਨੂੰ ਅਜਿਹੇ ਸਾਧਨ ਮਿਲਣਗੇ ਜਿਸ ਸਹਾਰੇ ਕਾਰਜ ਸਿੱਧ ਹੋਣਗੇ। ਚੇਤੇ ਰੱਖਣਾ ਚਾਹੀਦਾ ਹੈ ਕਿ ਵਿਰੋਧੀ ਵਿਚਾਰ ਮਿਹਨਤ ਨੂੰ ਬੇਕਾਰ ਕਰਦੇ ਹਨ। ਕਾਰਜ ਸੰਪਾਦਨ ਸ਼ਮਤਾ ਪੈਦਾ ਕਰਨ ਲਈ ਮਨ 'ਚ ਲੀਨਤਾ ਤੇ ਇਕਾਗਰਤਾ ਰੱਖੋ। ਮਾਨਸਿਕ ਸ਼ਾਂਤੀ ਨਾਲ ਵਿਚਾਰਾਂ ਦੀ ਆਜ਼ਾਦੀ ਪੈਦਾ ਕਰੋ। ਤੁਹਾਡੇ ਵਿਚਾਰ ਜੀਵਨ ਦਾਤਾ ਹੋਣ। ਹਿੰਮਤੀ ਤੇ ਜਿੱਤ ਲੈਣ ਤੇ ਮਨ ਭਾਵਾਂ ਵਿੱਚ ਬੜੀ ਸ਼ਕਤੀ ਹੁੰਦੀ ਹੈ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ, ਉਹ ਹਿੰਮਤੀ ਵਿਚਾਰਾਂ ਨਾਲ ਡਰ ਤੇ ਬਿਮਾਰੀ ਤੋਂ ਸੁਰੱਖਿਅਤ ਰਹਿ ਕੇ ਸਫਲ ਹੋ ਸਕਦੇ ਆ। ਤੁਸੀਂ ਇਸ ਗੱਲ ਦਾ ਪਤਾ ਲਓ ਕਿ ਹੋਰ ਲੋਕ ਤੁਹਾਡੇ ਤੇ ਕਿੰਨਾ ਇਤਬਾਰ ਕਰਦੇ ਆ। ਜੋ ਤੁਹਾਡੇ ਤੇ ਭਰੋਸਾ ਨਹੀਂ ਕਰਦੇ, ਤੁਹਾਨੂੰ ਕਮਜ਼ੋਰ ਜਾਣਦੇ ਆ, ਜਾਣ ਲਓ ਕਿ ਤੁਸੀਂ ਕਮਜ਼ੋਰ ਹੋ ਤੇ ਸ਼ਾਇਦ ਹੀ ਕਿਤੇ ਪਹੁੰਚ ਸਕੋ। ਜਿੱਤਣ ਤੇ ਹਾਰਨ ਵਾਲੇ ਲੋਕਾਂ 'ਚ ਧਰਤੀ ਅੰਬਰ ਜਿੱਡਾ ਅੰਤਰ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਦੀ ਤੁਲਨਾ ਤੁਸੀਂ ਡਰਪੋਕ ਕਮਜ਼ੋਰ ਲੋਕਾਂ ਨਾਲ ਕਰੋ ਤਾਂ ਅੰਤਰ ਦਿਸੇਗਾ। ਦੁਨੀਆ 'ਚ ਬਹਾਦਰਾਂ ਦਾ ਹੀ ਸਨਮਾਨ ਹੁੰਦਾ ਹੈ, ਡਰਪੋਕਾਂ ਦਾ ਨਹੀਂ। ਹਰ ਕਿਸੇ ਨੂੰ ਬਹਾਦਰ ਦੀ ਜਿੱਤ ਤੇ ਭਰੋਸਾ ਹੁੰਦਾ ਹੈ। ਸਵੈ ਵਿਚਾਰਾਂ ਨਾਲ ਹੀ ਸਵੈ ਭਰੋਸਾ ਪੈਦਾ ਹੁੰਦਾ ਹੈ ਤੇ ਜੇ ਵਿਚਾਰ ਸ਼ਕਤੀਹੀਨ ਹੈ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਕਈ ਲੋਕ ਇਸੇ ਲਈ ਹੈਰਾਨ ਹੁੰਦੇ ਹੈ ਕਿ ਲੋਕ ਉਹਨਾਂ ਨੂੰ ਤੁੱਛ ਕਿਉਂ ਸਮਝਦੇ ਹੈ, ਉਹਨਾਂ ਦਾ ਮਹੱਤਵ ਕਿਉਂ ਨਹੀਂ ਹੈ। ਲੋਕ ਵਿਜੇਤਾ ਨਹੀਂ ਹੁੰਦੇ, ਲੋਕਾਂ 'ਚ ਜਿੱਤ ਦੇ ਵਿਚਾਰ ਹੀ ਨਹੀਂ ਹੁੰਦੇ। ਸ਼ਕਤੀ ਦੇ ਮੂਲ ਰਹੱਸ ਨੂੰ ਸਮਝਣਾ ਜ਼ਰੂਰੀ ਹੈ। ਨਿਸ਼ਚੇ ਵਾਲੇ ਲੋਕਾਂ ਦਾ ਹੀ ਪ੍ਰਭਾਵ ਹੁੰਦਾ ਹੈ। ਬਹਾਦਰ ਲੋਕ ਪਹਿਲੇ ਸਵੈ ਜਿੱਤ ਪਾਉਂਦੇ ਆ ਤੇ ਫਿਰ ਦੁਨੀਆ ਨੂੰ ਜਿੱਤਦੇ ਆ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਾਲਾਂ 'ਚ ਸਫਲਤਾ ਦੇ ਵਿਚਾਰ ਪੈਦਾ ਕਰਨ। ਜੀਵਨ ਸਫਲਤਾ ਲਈ ਹੈ। ਜੇਤੂ ਲੋਕਾਂ ਦਾ ਆਦਰ ਹੁੰਦਾ ਹੈ। ਅਸਫਲ ਲੋਕਾਂ ਨੂੰ ਜ਼ੁਲਮ ਸਹਿਣੇ ਪੈਂਦੇ ਹੈ, ਅਪਮਾਨਿਤ ਹੋਣਾ ਪੈਂਦਾ ਹੈ, ਹਰ ਜਗ੍ਹਾ ਠੋਕਰਾਂ ਮਿਲਦੀਆਂ। ਜਿੱਤ ਜੀਣਾ ਹੈ ਤੇ ਹਾਰ ਮੌਤ। ਦੁਨੀਆ 'ਚ ਦਾਖਲ ਹੋਣ ਵੇਲੇ ਹਰ ਬੰਦੇ ਨੂੰ ਜਿੱਤ ਦੀ ਆਸ ਰੱਖਣੀ ਚਾਹੀਦੀ ਹੈ। ਸਵੈ ਸ਼ਮਤਾ ਤੇ ਇਤਬਾਰ ਰੱਖੋ। ਜਿਸ ਕੰਮ 'ਚ ਨਿਪੁੰਨਤਾ ਪਾਉਣੀ ਚਾਹੁੰਦੇ ਹੋ ਉਸ ਕੰਮ 'ਚ ਸਫਲ ਲੋਕਾਂ ਵਾਂਗ ਵਿਵਹਾਰ ਰੱਖੋ। ਕਿਸੇ ਦਾ ਮਾਪਦੰਡ ਉਹਦਾ ਕੰਮ ਹੀ ਹੁੰਦਾ ਹੈ, ਗੱਲਾਂ ਨਹੀਂ। ਇਸ ਲਈ ਸੱਚ ਬੋਲੋ। ਤੁਸੀਂ ਝੂਠ ਬੋਲ ਕੇ ਦੂਜੇ ਤੇ ਪ੍ਰਭਾਵ ਨਹੀਂ ਛੱਡ ਸਕਦੇ। ਸੱਚ ਦਾ ਪੱਲਾ ਨਾ ਛੱਡੋ। ਜੇ ਮਨ 'ਚ ਹਿੰਸਾ ਅੱਗ ਹੈ ਤਾਂ ਲੋਕਾਂ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਲੱਗ ਜਾਏਗਾ। ਤੁਹਾਡਾ ਮਨ ਅੰਤਰ ਦੀ ਗੱਲ ਜਾਣਦਾ ਹੈ। ਤੁਸੀਂ ਕਿਸੇ ਨੂੰ ਧੋਖਾ ਤਾਂ ਦੇ ਸਕਦੇ ਹੋ। ਤੁਸੀਂ ਬੁਰੇ ਵਿਚਾਰਾਂ ਨੂੰ ਨਹੀਂ ਬਦਲੋਗੇ ਤਾਂ ਤੁਹਾਡੀ ਮਨ ਹਾਲਤ ਵੀ ਨਹੀਂ ਬਦਲੇਗੀ। ਜਦ ਤੱਕ ਕੋਈ ਇਹ ਸੋਚਦਾ ਹੈ ਕਿ ਮੈਂ ਤੁੱਛ ਹਾਂ, ਦੁਨੀਆ 'ਚ ਦੁੱਖ ਪਾਉਣ ਲਈ ਆਇਆ, ਚਾਹੁੰਦਾ ਤਾਂ ਨਸੀਬ ਵਾਲਾ ਬਣਾ, ਪਰ ਮੈਨੂੰ ਤਾਂ ਕਿਸੇ ਗੱਲ ਦੀ ਕੋਈ ਆਸ ਨਹੀਂ। ਤੁਸੀਂ ਦੱਸੋ ਮੈਂ ਕਿਸ ਤਰ੍ਹਾਂ ਅਮੀਰ ਬਣਾ? ਜਿਹਦੇ ਮਨ 'ਚ ਸ਼ੱਕ ਹੈ ਉਹ ਸੁਪਨੇ 'ਚ ਵੀ ਅਮੀਰ ਨਹੀਂ ਹੋ ਸਕਦਾ।
ਜੇ ਕਾਰਜ ਸ਼ਮਤਾ ਤੇ ਇਤਬਾਰ ਹੋਵੇ, ਵਿਚਾਰ ਅਮੀਰ ਹੋਣ ਤਾਂ ਇੱਕ ਦਿਨ ਜ਼ਰੂਰ ਅਮੀਰ ਬਣੇਗਾ। ਕੋਈ ਉਹਨੂੰ ਰੋਕ ਨਹੀਂ ਸਕੇਗਾ। ਧੰਨਵਾਦ।